सत श्री अकाल, स्वागत है। गौरव शुक्ला मैं हां तुहाडे नाल हाज़र हां इस खास पेशकश कदों खुलेगा गलबात दा बैरीकेड लैके, जिस दे विच गल असीं करांगे बॉर्डरां दी, दिल्ली दे उन्हां रावां दी जिथे करीब करीब 11 महीने तो या कहिए कि 1 साल तो किसान धरना प्रदर्शन कर रहे ने। हुण करीब 11 महीने बाद गाजीपुर टिकरी बॉर्डर तो राह बहाल किया जा रहा है, बैरीकेड्स हटाए जा रहे हैं ते सब दे विचाले हर कोई पुछ रहा है कि बैरीकेड तां चुक दिते गए, राह खोलण दे लई ते गलबात वाला राह खोलण दे लई कदों ये जिहड़े डैडलॉक है या बैरीकेड लगे हुए ने कदों चुके जाणगे, कदों ये राह खुलेगा। ਅੱਜ ਦੀ ਖਾਸ ਪੇਸ਼ਕਸ਼ ਦੀ ਸ਼ੁਰੂਆਤ ਕੁਝ ਤਸਵੀਰਾਂ ਦੇ ਨਾਲ ਕਰਨ ਜਾ ਰਹੇ ਹਾਂ। 5 ਤਸਵੀਰਾਂ ਤੁਹਾਨੂੰ ਦਿਖਾਣੇ ਆ। ਟਿਕਰੀ ਤੇ ਗਾਜ਼ੀਪੁਰ ਬਾਰਡਰ ਤੇ ਵੱਡੀ ਹਲਚਲ ਨਜ਼ਰ ਆਈ। ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਦਿੱਲੀ ਪੁਲਿਸ ਐਕਸ਼ਨ ਦੇ ਵਿੱਚ ਸਾਰੇ ਬੈਰੀਕੇਡਸ ਨੂੰ ਹਟਾਇਆ ਜਾ ਰਿਹਾ ਹੈ। ਕਿਸਾਨਾਂ ਮੁਤਾਬਕ ਤਾਂ ਪੁਲਿਸ ਨੇ ਹੀ ਰਾਹ ਬੰਦ ਕੀਤੇ ਨੇ, ਉਹਨਾਂ ਨੇ ਤਾਂ ਕਦੇ ਕੀਤੇ ਹੀ ਨਹੀਂ ਤੇ ਪੁਲਿਸ ਹੀ ਖੋਲ ਰਹੀ ਹੈ। ਪਰ ਇਸ ਸਭ ਦੇ ਵਿਚਾਲੇ ਵੱਡਾ ਸਵਾਲ ਜੋ ਬਣਿਆ ਹੋਇਆ ਹੈ ਕਿ ਕਿਸਾਨਾਂ ਤੇ ਸਰਕਾਰ ਵਿਚਾਲੇ ਬਣਿਆ ਡੈਡਲੌਕ ਕਦੋਂ ਖਤਮ ਹੋਵੇਗਾ, क्योंकि 22 जनवरी तो बाद कोई गलबात शुरू नहीं हुई, क्योंकि 9 महीनों तो राबता टुटिया होया है। 11 महीनों तो दिल्ली के बॉर्डर ते किसान बैठे हुए ने। राहत कदों मिलेगी, खेती कानूनों का यह पूरा रेड़का कदों ते किवें हल होवेगा। ਜਦੋਂ ਗੱਲ ਦਿੱਲੀ ਦੇ ਬਾਰਡਰਾਂ ਦੀ ਹੁੰਦੀ ਹੈ ਤਾਂ ਜ਼ਿਕਰ ਕਿਸਾਨੀ ਮੋਰਚੇ ਦਾ ਵੀ ਹੁੰਦਾ ਹੈ। ਕਿਸਾਨ ਪਿਛਲੇ 11 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ। ਖੈਰ, ਕਿਸਾਨੀ ਮੁੱਦੇ ਦਾ ਹੱਲ ਕਦੋਂ ਤੇ ਕਿਵੇਂ ਹੋਵੇਗਾ, ਇਹ ਸਵਾਲ ਅਜੇ ਬਰਕਰਾਰ ਹੈ। ਪਰ ਦਿੱਲੀ ਦੇ ਬਾਰਡਰਾਂ ਤੇ ਪੁਲਿਸ ਦਾ ਵੱਡਾ ਐਕਸ਼ਨ ਜ਼ਰੂਰ ਨਜ਼ਰ ਆ ਰਿਹਾ ਹੈ। ਐਕਸ਼ਨ ਬੰਦ ਰਸਤੇ ਖੁਲਵਾਉਣ ਦੇ ਲਈ, ਬੈਰੀਕੇਡ ਹਟਾਉਣ ਦੇ ਲਈ, ਚਾਹੇ ਫਿਰ ਉਹ ਗੱਲ ਟਿਕਰੀ ਬਾਰਡਰ ਦੀ ਹੋਵੇ ਜਾਂ ਫਿਰ ਗਾਜ਼ੀਪੁਰ ਬਾਰਡਰ ਦੀ। ਇਹ ਤਸਵੀਰਾਂ ਨੇ ਟਿਕਰੀ ਬਾਰਡਰ ਦੀਆਂ, ਜਿੱਥੇ ਕਿਸਾਨਾਂ ਦਾ ਮੋਰਚਾ ਲਗਾਤਾਰ ਜਾਰੀ ਹੈ। ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਤੇ ਦੂਜੇ ਪਾਸੇ ਦਿੱਲੀ ਪੁਲਿਸ ਤੇ ਪ੍ਰਸ਼ਾਸਨ ਪੂਰੇ ਐਕਸ਼ਨ ਦੇ ਵਿੱਚ ਨਜ਼ਰ ਆ ਰਿਹਾ ਹੈ। 11 ਮਹੀਨੇ ਬਾਅਦ ਦਿੱਲੀ ਦੇ ਬੰਦ ਪਏ ਰਾਹ ਖੁੱਲਣ ਜਾ ਰਹੇ ਨੇ। ਇਹ ਉਹੀ ਜਗ੍ਹਾ ਜਿੱਥੇ ਕਰੀਬ 12 ਲੇਅਰ ਦੀ ਬੈਰੀਕੇਡਿੰਗ ਕੀਤੀ ਗਈ ਸੀ। ਕਿਸਾਨ ਦਿੱਲੀ ਦੇ ਵਿੱਚ ਦਾਖਲ ਨਾ ਹੋ ਸਕਣ, ਇਸੇ ਮਕਸਦ ਦੇ ਨਾਲ ਬੈਰੀਕੇਡ ਦੇ ਰੂਪ ਦੇ ਵਿੱਚ ਰੋਕਾਂ ਲਗਾਈਆਂ ਗਈਆਂ ਸਨ ਤੇ ਆਖਰ ਹੁਣ ਇਹ ਰੋਕਾਂ ਦਿੱਲੀ ਪੁਲਿਸ ਵੱਲੋਂ ਹਟਾਈਆਂ ਜਾ ਰਹੀਆਂ ਨੇ, ਜਿਸ ਨੂੰ ਇੱਕ ਇੱਕ ਕਰਕੇ ਪਾਸੇ ਕੀਤਾ ਜਾ ਰਿਹਾ ਹੈ। इस वक्त हम खड़े टीकरी बॉर्डर पर, जहां का दृश्य मैं आपको दिखाता हूं। नेशनल हाईवे है, दिल्ली रोहतक नेशनल हाईवे नंबर 9 है। आप देख सकते हैं कि मल्टी लेयर बैरिकेडिंग किस तरीके से यहां पर की गई थी कमर्शियल टोल से पहले। तो दूसरी तरफ का रास्ता बिल्कुल पूरी तरह से खुलने वाला है, क्योंकि काफ़ी सारे बैरिकेड्स लगाए गए थे टोल से पहले। करीब 6 से 7 लेयर की बैरिकेडिंग की गई थी। इतना ही नहीं, टोल के दूसरी तरफ जो मेट्रो स्टेशन है वहाँ तक, टिकरी बॉर्डर का जो मेट्रो स्टेशन है उस तक करीब 1 दर्जन जो है लेयर की बैरिकेडिंग वहां पर की गई थी। ਉੱਥੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿੱਥੇ ਬੈਰੀਕੇਡਿੰਗ ਹਟਾਈ ਜਾ ਰਹੀ ਹੈ ਉੱਥੇ ਹੀ ਕਾਨੂੰਨ ਵਿਵਸਥਾ ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ। हमारे लॉ एंड ऑर्डर अरेंजमेंट्स जो हैं 26 जनवरी से चल रहे हैं। सो आज हमारे जो बैरिकेड्स लगे हुए थे, वी आर इन द प्रोसेस ऑफ रिमूविंग इट। जैसे आदेश हैं वी रिमूव। ਉਧਰ ਅਜਿਹੀਆਂ ਤਸਵੀਰਾਂ ਗਾਜ਼ੀਪੁਰ ਬਾਰਡਰ ਤੋਂ ਵੀ ਸਾਹਮਣੇ ਆਈਆਂ ਨੇ। ਇੱਥੇ ਵੀ ਬੈਰੀਕੇਡ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਜੀਸੀਬੀ ਮਸ਼ੀਨਾਂ ਜ਼ਰੀਏ ਇੱਕ ਇੱਕ ਕਰਕੇ ਬੈਰੀਕੇਡ ਹਟਾਏ ਜਾ ਰਹੇ ਨੇ। ਜ਼ਿਕਰਯੋਗ ਹੈ ਕਿ ਪਿਛਲੇ 11 ਮਹੀਨੇ ਤੋਂ ਹੀ ਕਿਸਾਨਾਂ ਨੂੰ ਬਾਰਡਰਾਂ ਤੇ ਰੋਕਣ ਦੇ ਲਈ ਪੁਲਿਸ ਨੇ ਕਈ ਲੇਅਰ ਦੀ ਬੈਰੀਕੇਡਿੰਗ ਕੀਤੀ ਸੀ ਤੇ ਪੁਲਿਸ ਵੱਲੋਂ ਹੀ ਰਸਤੇ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਸਿੰਘੂ ਬਾਰਡਰ ਤੇ ਅਜਿਹੀ ਕੋਈ ਵੀ ਹਲਚਲ ਨਹੀਂ ਹੈ। ਟਿਕਰੀ ਬਾਰਡਰ ਤੋਂ ਪ੍ਰਦੀਪ ਧਨਖੜ, ਨਿਊਜ਼ 18 ਪੰਜਾਬ। ਉੱਥੇ ਹੀ ਕਿਸਾਨਾਂ ਨੇ ਪੁਲਿਸ ਦੇ ਇਸ ਐਕਸ਼ਨ ਤੇ ਕੋਈ ਇਤਰਾਜ਼ ਨਹੀਂ ਕੀਤਾ ਤੇ ਰਾਹ ਖੋਲਣ ਦੀ ਹਾਮੀ ਭਰੀ। ਪਰ ਨਾਲ ਹੀ ਕਿਸਾਨ ਗੱਲਬਾਤ ਦਾ ਰਾਹ ਖੋਲਣ ਦੀ ਵੀ ਮੰਗ ਕਰ ਰਹੇ ਨੇ, ਕਿਉਂਕਿ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਪਿਛਲੇ 9 ਮਹੀਨਿਆਂ ਤੋਂ ਗੱਲਬਾਤ ਦਾ ਡੈਡਲੌਕ ਬਣਿਆ ਹੋਇਆ, ਯਾਨੀ ਗੱਲਬਾਤ ਨਹੀਂ ਹੋਈ। ਟਿਕਰੀ ਤੇ ਗਾਜ਼ੀਪੁਰ ਬਾਰਡਰ ਤੇ ਵੱਡੇ ਵੱਡੇ ਬੈਰੀਕੇਡ, ਲੋਹੇ ਦੀਆਂ ਗੱਡੀਆਂ, ਕਿੱਲਾਂ, सीमेंट के ब्लॉक, हाईवे ते सुट्टी मिट्टी सब कुछ साफ होने जा रहा है।
ਇਹ ਹਾਈਵੇ ਬਹੁਤ ਮਹੱਤਵਪੂਰਨ ਹੈ। ਇਹੀ ਸੜਕ ਰਾਜਧਾਨੀ ਦਿੱਲੀ ਨੂੰ ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਨਾਲ ਜੋੜਦੀ ਹੈ, ਜਿੱਥੇ ਪਹਿਲਾਂ ਲੋਕਾਂ ਨੂੰ ਹੋਰ ਛੋਟੇ-ਮੋਟੇ ਰਸਤਿਆਂ ਦੇ ਵਿੱਚੋਂ ਲੰਘਣਾ ਪੈਂਦਾ ਸੀ। ਕਿਸਾਨਾਂ ਦੀ ਕੀਤੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਰਸਤੇ ਪੁਲਿਸ ਨੇ ਹੀ ਬੰਦ ਕੀਤੇ ਸਨ ਤੇ ਪੁਲਿਸ ਵੱਲੋਂ ਹੀ ਖਾਲੀ ਕਰਵਾਏ ਜਾ ਰਹੇ ਨੇ। ਉਹਨਾਂ ਨੇ ਕਦੇ ਵੀ ਰਸਤੇ ਬੰਦ ਨਹੀਂ ਕੀਤੇ ਸਨ। ਨਾਲ ਹੀ ਕਿਸਾਨ ਇਹ ਵੀ ਮੰਗ ਕਰ ਰਹੇ ਨੇ ਕਿ ਜੇ ਸੜਕਾਂ ਖੁੱਲ ਰਹੀਆਂ ਨੇ ਤਾਂ ਗੱਲਬਾਤ ਦਾ ਰਸਤਾ ਵੀ खुलना चाहिए। हम रास्ता रोक ही नहीं रहे, ये पुलिस रोक रही थी और ये खोल रही है। खोलो, पहले खुलवाओ था, जनता को परेशानी घूम के जावे थी। हम तकलीफ देने वाले किसान हैं हम देश के, ऐसी बात नहीं थी हमारी। हाँ, बातचीत के रास्ते खुलने चाहिए। राजा होगा तो बातचीत करेगा ना प्रजा से। उधर किसान आगू राकेश टिकैत ने फिर तेवर विखाए ने। टिकैत ने तंज भरे अंदाज दे विच कहा कि रस्ते खुलण ते दिल्ली जावांगे, फसल वेचण पार्लीमेंट तक पहुंचांगे। नाल ही टिकैत ने कहा कि असीं तां पहलां ही कह रहे सी कि रस्ते खुलने चाहिए ने, पुलिस ने ही बैरिकेड लगा के रस्ते रोके हुए सन। वो दीवार हटा रहे, जो उन्होंने दीवार चीनी थी वो हटा रहे और रास्ते खुलेंगे। भाई हम भी अपनी फसल बेचने पार्लियामेंट पर जाएंगे, रास्ते खुलेंगे तो जाएंगे हम भी, और संयुक्त मोर्चा क्या फैसला करेगा उस पर करेंगे। टिकरी बॉर्डर तो प्रदीप धनखड़, न्यूज़ 18 पंजाब। ਹੁਣ ਗੱਲ ਸੁਪਰੀਮ ਕੋਰਟ ਦੀ ਵੀ। ਦਿੱਲੀ ਪੁਲਿਸ ਦਾ ਇਹ ਐਕਸ਼ਨ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੋਇਆ। ਹੁਣ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਕਿਵੇਂ ਪੂਰਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਤੇ ਕੋਰਟ 'ਚ ਸਰਕਾਰ ਤੇ ਕਿਸਾਨਾਂ ਦੇ ਵੱਲੋਂ ਕੀ ਤਰਕ ਦਿੱਤੇ ਗਏ ਤੇ ਆਖਿਰ ਅਦਾਲਤ ਨੇ ਕੀ ਹੁਕਮ ਦਿੱਤੇ ਸਨ ਇਸ ਰਿਪੋਰਟ 'ਚ। 11 ਮਹੀਨਿਆਂ ਬਾਅਦ ਦਿੱਲੀ ਦੇ ਬੰਦ ਪਏ ਰਾਹ ਖੁੱਲਣ ਜਾ ਰਹੇ ਨੇ, ਪਰ ਇਹ ਰਾਹ ਖੁਲਾਉਣੇ ਇੰਨੇ ਸੌਖੇ ਨਹੀਂ ਸਨ। ਅਦਾਲਤ ਦੀ ਸਖਤੀ, ਪ੍ਰਸ਼ਾਸਨ ਦੀਆਂ ਬੈਠਕਾਂ ਤੇ ਫਿਰ ਕਿਤੇ ਜਾ ਕੇ ਪ੍ਰਸ਼ਾਸਨ ਦੀ ਮਿਹਨਤ ਤੇ ਬੂਰ ਪਿਆ। 11 ਮਹੀਨੇ ਪੂਰੇ ਹੋ ਚੁੱਕੇ ਨੇ। ਕਿਸਾਨਾਂ ਨੇ ਵੀ ਦਿੱਲੀ ਦੀਆਂ ਬਰੂਹਾਂ ਤੇ ਪੱਕੇ ਘਰ ਬਣਾ ਲਏ ਸੀ, ਲੋਕ ਪਰੇਸ਼ਾਨ ਹੋ ਰਹੇ ਸੀ ਤੇ ਫਿਰ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤੇ ਸੁਪਰੀਮ ਕੋਰਟ ਦੇ ਵਿੱਚ ਹੋਈਆਂ ਸੁਣਵਾਈਆਂ ਤੋਂ ਬਾਅਦ ਹਾਈ ਪਾਵਰ ਕਮੇਟੀ ਬਣੀ। ਹਰਿਆਣਾ ਸਰਕਾਰ ਨੇ ਗ੍ਰਹਿ ਸਕੱਤਰ ਰਾਜੀਵ ਅਰੋੜਾ, ਡੀਜੀਪੀ ਪੀਕੇ ਅਗਰਵਾਲ ਤੇ ਸੀਆਈਡੀ ਚੀਫ ਆਲੋਕ ਮਿੱਤਲ ਸਮੇਤ ਹੋਰ ਅਧਿਕਾਰੀਆਂ ਸਣੇ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ, ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਰਸਤਾ ਖਲਵਾਉਣ ਦੇ ਵਿੱਚ ਕਾਮਯਾਬ ਹੋਏ। ਪਹਿਲਾਂ ਤਾਂ ਕਮੇਟੀ ਨੂੰ ਕੋਈ ਕਾਮਯਾਬੀ ਨਹੀਂ ਮਿਲੀ, ਪਰ 26 ਅਕਤੂਬਰ ਨੂੰ ਬਹਾਦੁਰਗੜ੍ਹ ਦੇ ਵਿੱਚ ਹੋਈ ਮੀਟਿੰਗ 'ਚ ਇੱਕ ਪਾਸੇ ਦੇ ਰਸਤੇ ਨੂੰ ਖੋਲ੍ਹਣ ਦੇ ਵਿੱਚ ਸਹਿਮਤੀ ਬਣ ਗਈ। ਦਿੱਲੀ ਦੀਆਂ ਬਰੂਹਾਂ ਤੇ ਲੱਗੇ ਬੈਰੀਕੇਡ ਹਟੇ ਕਿਵੇਂ, ਤੁਹਾਨੂੰ ਇਸ ਤੋਂ ਵੀ ਵਾਕਿਫ ਕਰਵਾ ਦਿੰਦੇ ਹਾਂ। ਦਰਅਸਲ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਇੱਕ ਪਟੀਸ਼ਨ ਪਾਈ ਜਾਂਦੀ ਹੈ, ਜਿਸ ਤੇ ਸੁਣਵਾਈ ਹੁੰਦੀ ਹੈ। ਸੁਪਰੀਮ ਕੋਰਟ ਨੇ ਕੇਂਦਰ ਤੇ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਬੰਦ ਹੋਣ ਦਾ ਕਾਰਨ ਪੁੱਛਿਆ। ਕੇਂਦਰ ਨੇ ਕਿਸਾਨਾਂ ਨੂੰ ਤੇ ਕਿਸਾਨਾਂ ਨੇ ਪੁਲਿਸ ਨੂੰ ਜ਼ਿੰਮੇਵਾਰ ਦੱਸਿਆ। ਸੁਪਰੀਮ ਕੋਰਟ ਨੇ ਦੋਵਾਂ ਧਿਰਾਂ ਨੂੰ ਤਾੜਨਾ ਕਰਦਿਆਂ ਕਿਹਾ ਸੀ ਕਿ ਪ੍ਰਦਰਸ਼ਨ ਕਰਨਾ ਸਭ ਦਾ ਹੱਕ ਹੈ, ਪਰ ਇਸ ਦੇ ਨਾਲ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਕਿਸਾਨ ਕਹਿ ਰਹੇ ਸਨ ਕਿ ਅਸੀਂ ਅੱਗੇ ਜਾਣਾ ਚਾਹੁੰਦੇ ਸੀ, ਪਰ ਪੁਲਿਸ ਨੇ ਬੈਰੀਕੇਡ ਲਗਾ ਲਏ। ਕਿਸਾਨਾਂ ਨੇ ਰਸਤਾ ਵੀ ਖੋਲ੍ਹ ਦਿੱਤਾ ਸੀ। ਸੁਣਵਾਈ ਹੁੰਦੀ ਹੈ ਤੇ ਮਾਮਲੇ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਹਰਿਆਣਾ ਸਰਕਾਰ ਨੇ ਇੱਕ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ, ਜਿਨ੍ਹਾਂ 'ਚ ਗ੍ਰਹਿ ਸਕੱਤਰ ਰਾਜੀਵ ਅਰੋੜਾ, ਡੀਜੀਪੀ ਪੀਕੇ ਅਗਰਵਾਲ ਤੇ ਸੀਆਈਡੀ ਚੀਫ ਆਲੋਕ ਮਿੱਤਲ ਸਮੇਤ ਹੋਰ ਅਧਿਕਾਰੀ ਸ਼ਾਮਲ ਕੀਤੇ ਗਏ, ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਤੇ ਰਸਤੇ ਖੁਲਵਾਉਣ ਦੇ ਵਿੱਚ ਸਫਲ ਹੋਏ। ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਰਸਤੇ ਖੋਲ੍ਹ ਦਿੱਤੇ ਗਏ ਨੇ। ਹੁਣ ਪ੍ਰਸ਼ਾਸਨ ਵੀ ਸੁਪਰੀਮ ਕੋਰਟ ਦੇ ਵਿੱਚ ਜਵਾਬ ਦੇ ਸਕਦਾ ਹੈ, ਪਰ ਵੱਡਾ ਸਵਾਲ ਇਹ ਹੈ ਕਿ ਕਿਸਾਨ ਹੁਣ ਬੰਦ ਰਸਤਿਆਂ ਨੂੰ ਲੈ ਕੇ ਕੀ ਜਵਾਬ ਦੇਣਗੇ। ਇਹ ਰਸਤੇ ਬੰਦ ਕਿਉਂ ਕੀਤੇ ਗਏ ਸੀ, ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ। 26 ਨਵੰਬਰ ਨੂੰ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ ਸੀ। ਪੰਜਾਬ, ਹਰਿਆਣਾ, ਯੂਪੀ ਤੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੇ ਦਿੱਲੀ ਜੰਤਰ ਮੰਤਰ ਦੇ ਵਿੱਚ ਤੇ ਰਾਮਲੀਲਾ ਮੈਦਾਨ ਦੇ ਵਿੱਚ ਧਰਨਾ ਦੇਣਾ ਸੀ, ਪਰ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਦੇ ਲਈ ਦਿੱਲੀ ਪੁਲਿਸ ਨੇ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਬਾਰਡਰ ਹੱਦਾਂ ਤੇ ਬੈਰੀਕੇਡ ਲਗਾ ਦਿੱਤੇ। ਸੀਮੈਂਟ ਤੇ ਲੋਹੇ ਦੀਆਂ ਜੰਜੀਰਾਂ ਦੇ ਨਾਲ ਰਸਤਾ ਰੋਕ ਦਿੱਤਾ ਗਿਆ ਤੇ ਕਿਸਾਨ ਵੀ ਉੱਥੇ ਹੀ ਬੈਠ ਗਏ ਤੇ ਦਿੱਲੀ ਦੀਆਂ ਮੇਨ ਹੱਦਾਂ ਤੇ ਪੱਕੇ ਮੋਰਚੇ ਲਗਾ ਦਿੱਤੇ। 26 ਜਨਵਰੀ ਦੀ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਨੇ ਬਾਰਡਰਾਂ ਤੇ ਹੋਰ ਵੀ ਸਖਤੀ ਕਰ ਦਿੱਤੀ, ਕਿੱਲਾਂ ਲਗਾ ਦਿੱਤੀਆਂ ਗਈਆਂ, ਪਰ ਸੁਪਰੀਮ ਕੋਰਟ ਦੀ ਤਾੜਨਾ ਤੋਂ ਬਾਅਦ ਹਰਿਆਣਾ ਸਰਕਾਰ ਦੀ ਹਾਈ ਪਾਵਰ ਕਮੇਟੀ ਦੀ ਕਿਸਾਨਾਂ ਦੇ ਨਾਲ ਗੱਲਬਾਤ ਤੋਂ ਬਾਅਦ ਇਹ ਰਸਤੇ ਖੁੱਲ੍ਹਣੇ ਸ਼ੁਰੂ ਹੋ ਗਏ। ਖੈਰ ਰਸਤੇ ਤਾਂ ਖੁੱਲ੍ਹ ਰਹੇ ਨੇ, ਪਰ ਅਜੇ ਤੱਕ ਕੇਂਦਰ ਤੇ ਕਿਸਾਨਾਂ ਦੀ ਗੱਲਬਾਤ ਦਾ ਦਰਵਾਜ਼ਾ ਬੰਦ ਹੈ। ਹੁਣ ਦੇਖਣਾ ਹੋਵੇਗਾ ਕਿ ਉਹ ਗੱਲਬਾਤ ਕਦੋਂ ਸ਼ੁਰੂ ਹੁੰਦੀ ਹੈ ਤੇ ਕਦੋਂ ਇਹ ਮਸਲਾ ਹੱਲ ਹੁੰਦਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਬੈਰੀਕੇਡ ਹਟ ਰਹੇ ਨੇ, ਰਾਹ ਖੁੱਲੇਗਾ, ਆਵਾਜਾਈ ਹੋਏਗੀ, ਪਰ ਸਵਾਲ ਸਭ ਦੇ ਜ਼ਿਹਨ 'ਚ ਉਹੀ
ਕਿ ਬੈਰੀਕੇਡ ਤਾਂ ਖੁੱਲ ਗਏ, ਰਾਹ ਬਹਾਲ ਹੋ ਰਹੇ ਨੇ, ਗੱਲਬਾਤ ਕਦੋਂ ਬਹਾਲ ਹੋਵੇਗੀ ਤੇ ਕਦੋਂ ਕਿਸਾਨਾਂ ਅਤੇ ਕੇਂਦਰ ਦੇ ਵਿਚਾਲੇ ਜੋ ਰੇੜਕਾ ਖੇਤੀ ਕਾਨੂੰਨਾਂ ਨੂੰ ਲੈ ਕੇ ਬਣਿਆ ਹੋਇਆ ਹੈ ਉਹ ਹੱਲ ਕਦੋਂ ਹੋਵੇਗਾ। ਫਿਲਹਾਲ ਮੈਨੂੰ ਇਜਾਜ਼ਤ ਦਿਓ, ਧੰਨਵਾਦ।